ਹੈਲੋ ਸਟੂਡੈਂਟਸ, ਮੇਰੀ ਕੰਪਿਊਟਰ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਨੂੰ ਜਮਾਤ 9ਵੀਂ ਦਾ ਵਿਸ਼ਾ ਕੰਪਿਊਟਰ ਸਾਇੰਸ ਦਾ ਪਾਠ ਤੀਸਰਾ ਨੈਟਵਰਕਿੰਗ ਕਰਾਵਾਂਗੀ, ਜਿਸ ਦੇ ਸਬ ਟੌਪਿਕਸ ਹਨ ਕੰਪਿਊਟਰ ਨੈਟਵਰਕ ਦੇ ਭਾਗ ਅਤੇ ਨੈਟਵਰਕ ਦੇ ਲਾਭ ਤੇ ਹਾਨੀਆਂ। ਤਾਂ ਚਲੋ ਮੈਂ ਆਪਣਾ ਲੈਕਚਰ ਸ਼ੁਰੂ ਕਰਦੀ ਹਾਂ। ਸਭ ਤੋਂ ਪਹਿਲਾਂ ਕੰਪਿਊਟਰ ਨੈਟਵਰਕ ਦੇ ਭਾਗ। ਜਿਵੇਂ ਕਿ ਤੁਹਾਨੂੰ ਮੈਂ ਪਿਛਲੇ ਲੈਕਚਰ 'ਚ ਦੱਸ ਚੁੱਕੀ ਹਾਂ ਕਿ ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਜਦੋਂ ਆਪਸ ਵਿੱਚ ਜੁੜਦੇ ਨੇ ਅਤੇ ਸੂਚਨਾ ਅਤੇ ਸਰੋਤਾਂ ਦੀ ਸਾਂਝ ਕਰਦੇ ਨੇ, ਉਸ ਨੂੰ ਅਸੀਂ ਕੰਪਿਊਟਰ ਨੈਟਵਰਕ ਆਖਦੇ ਹਾਂ। ਪਰ ਕੰਪਿਊਟਰ ਨੈਟਵਰਕ ਦੇ ਵਿੱਚ ਕਿਸ ਪਾਰਟ ਨੂੰ ਕੀ ਕਿਹਾ ਜਾਂਦਾ ਹੈ, ਉਹ ਮੈਂ ਤੁਹਾਨੂੰ ਇਸ ਲੈਕਚਰ ਰਾਹੀਂ ਦੱਸਾਂਗੀ। ਬੱਚਿਓ, ਕੰਪਿਊਟਰ ਨੈਟਵਰਕ ਦੇ ਭਾਗ ਸਭ ਤੋਂ ਪਹਿਲਾਂ ਹੈ ਕੰਪਿਊਟਰ, ਦੂਸਰਾ ਹੈ ਨੈਟਵਰਕ ਇੰਟਰਫੇਸ ਕਾਰਡ, ਤੀਸਰਾ ਹੈ ਹਬ ਜਾਂ ਸਵਿਚ ਅਤੇ ਚੌਥਾ ਹੈ ਰਾਊਟਰ। ਤਾਂ ਚਲੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਇਸ ਨੂੰ ਐਕਸਪਲੇਨ ਕਰਾਂਗੀ। ਸਭ ਤੋਂ ਪਹਿਲਾ ਭਾਗ ਹੈ ਕੰਪਿਊਟਰ। ਕੰਪਿਊਟਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਅਤੇ ਤੁਸੀਂ ਦੇਖਿਆ ਵੀ ਹੈ, ਪਰ ਨੈਟਵਰਕ ਦੇ ਵਿੱਚ ਜੋ ਕੰਪਿਊਟਰ ਹੁੰਦੇ ਹਨ ਉਹਨਾਂ ਦੇ ਕਾਰਜ 'ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਵਰਕ ਕਰ ਰਹੇ ਨੇ। ਇਸ ਚੀਜ਼ 'ਤੇ ਨਿਰਭਰ ਕਰਦਾ ਹੈ ਕਿ ਕਿਹੜੇ ਕੰਪਿਊਟਰ ਨੂੰ ਅਸੀਂ ਕੀ ਨਾਮ ਦਿੰਦੇ ਹਾਂ, ਕਿਉਂਕਿ ਦੋ ਤਰ੍ਹਾਂ ਦੇ ਹੁੰਦੇ ਨੇ, ਕਲਾਇੰਟ ਜਾਂ ਨੋਡ ਜਾਂ ਫਿਰ ਸਰਵਰ। ਕਲਾਇੰਟ ਜਾਂ ਨੋਡ ਅਤੇ ਸਰਵਰ ਵਿੱਚ ਕੀ ਅੰਤਰ ਹੈ ਤੁਹਾਨੂੰ ਇੱਕ ਪਰਿਭਾਸ਼ਾ ਰਾਹੀਂ ਦੱਸਾਂਗੀ। ਕਲਾਇੰਟ ਜਾਂ ਨੋਡ ਇੱਕ ਆਮ ਕੰਪਿਊਟਰ ਸਿਸਟਮ ਹੀ ਹੈ ਜੋ ਕਿ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ। ਜਿਵੇਂ ਕਿ ਬੱਚਿਓ, ਇਹ ਕਲਾਇੰਟ ਨੇ, ਠੀਕ ਹੈ। ਇਹ ਤੁਹਾਨੂੰ ਜਿਹੜੇ PC ਨਜ਼ਰ ਆ ਰਹੇ ਨੇ ਸਾਈਟਸ 'ਤੇ, ਇਹ ਸਭ ਕੀ ਨੇ? ਕਲਾਇੰਟ ਨੇ। ਅਤੇ ਸੈਂਟਰ ਦੇ ਵਿੱਚ ਇੱਕ ਸਰਵਰ ਹੈ, ਠੀਕ ਹੈ। ਇਹ ਇੱਕ ਪਾਵਰਫੁਲ ਕੰਪਿਊਟਰ ਹੁੰਦਾ ਹੈ ਜੋ ਕਿ ਇਹਨਾਂ ਨੂੰ ਸਰਵ ਕਰਦਾ ਹੈ। ਤਾਂ ਚਲੋ ਮੈਂ ਤੁਹਾਨੂੰ ਸਰਵਰ ਦੀ ਡੈਫੀਨੇਸ਼ਨ ਦੱਸਾਂ, ਉਹਦੇ ਨਾਲ ਕਲੈਰਿਟੀ ਹੋ ਜਾਏਗੀ ਕਿ ਕਿਸ ਦਾ ਕੀ ਕੰਮ ਹੈ। ਸਰਵਰ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੈ। ਇਹ ਸੂਚਨਾ ਜਾਂ ਸਰੋਤਾਂ ਦੀ ਸਾਂਝ ਕਰਨ ਲਈ ਮਦਦ ਕਰਦੇ ਹਨ। ਇਹ ਦੂਸਰੇ ਹੋਰ ਨੋਡਸ 'ਤੇ ਕੰਟਰੋਲ ਵੀ ਕਰਦਾ ਹੈ। ਬੱਚਿਓ, ਜਿਵੇਂ ਕਿ ਤੁਹਾਨੂੰ ਨਾਮ ਤੋਂ ਪਤਾ ਚੱਲ ਰਿਹਾ ਹੋਏਗਾ, ਸਰਵਰ ਮਤਲਬ ਸਰਵ ਕਰਨਾ। ਸਰਵਰ ਜੋ ਹੁੰਦਾ ਹੈ ਉਹ ਇੱਕ ਬੜਾ ਮੇਨ ਕੰਪਿਊਟਰ ਹੁੰਦਾ ਹੈ ਜਿਸ ਦੇ ਰਾਹੀਂ ਬਾਕੀ ਕੰਪਿਊਟਰਸ ਜੋ ਨੇ ਉਹ ਨੈਟਵਰਕ ਦੇ ਵਿੱਚ ਕੰਮ ਕਰਦੇ ਨੇ। ਜਿਵੇਂ ਕਿ ਇਹ ਤੁਹਾਨੂੰ ਸੈਂਟਰ 'ਚ ਬੱਚੇ ਸਰਵਰ ਨਜ਼ਰ ਆ ਰਿਹਾ ਹੈ, ਇਹ ਬਾਕੀ ਕਲਾਇੰਟਸ ਨੂੰ ਕੰਟਰੋਲ ਕਰ ਰਿਹਾ ਹੈ ਅਤੇ ਬਾਕੀ ਕਲਾਇੰਟਸ ਨੂੰ ਕਿਸੇ ਵੀ ਤਰ੍ਹਾਂ ਦੇ ਸੌਫਟਵੇਅਰ ਅਤੇ ਹਾਰਡਵੇਅਰ ਦੀ ਸਾਂਝ ਕਰਨ ਦੀ ਆਗਿਆ ਵੀ ਦਿੰਦਾ ਹੈ। ਇਸ ਦੇ ਰਾਹੀਂ ਹੀ ਕਲਾਇੰਟਸ ਜੋ ਨੇ ਉਹ ਕਿਸੇ ਹਾਰਡਵੇਅਰ ਜਾਂ ਸੌਫਟਵੇਅਰ ਦੀ ਵਰਤੋਂ ਕਰ ਪਾਉਂਦੇ ਨੇ। ਤਾਂ ਇਹ ਕੀ ਕਰਦਾ ਹੈ? ਸਰਵਰ ਬਾਕੀਆਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਹੈ, ਫੈਸਿਲਿਟੀਜ਼ ਸਰਵ ਕਰਦਾ ਹੈ। ਇਸੇ ਕਰਕੇ ਇਸ ਦਾ ਨਾਮ ਵੀ ਸਰਵਰ ਹੈ। ਇਸ ਦਾ ਦੂਸਰਾ ਪਾਰਟ ਹੈ ਨੈਟਵਰਕ ਇੰਟਰਫੇਸ ਕਾਰਡ। ਤੁਹਾਨੂੰ ਇੱਕ ਇਮੇਜ ਨਜ਼ਰ ਆ ਰਹੀ ਹੋਵੇਗੀ ਜਿਸ ਨੂੰ ਕਿ ਛੋਟੇ ਜਿਸ ਦੇ ਉੱਪਰ ਕਾਫੀ ਸਰਕਿਟ, ਛੋਟੇ ਸਰਕਿਟ ਬਣੇ ਨੇ। ਇਹ ਇੱਕ ਨੈਟਵਰਕ ਇੰਟਰਫੇਸ ਕਾਰਡ ਹੈ ਜੋ ਕਿ ਇੱਕ ਸਰਕਿਟ ਬੋਰਡ ਦੇ ਵਾਂਗ ਹੈ। ਤਾਂ ਨੈਟਵਰਕ ਇੰਟਰਫੇਸ ਕਾਰਡ ਇੱਕ ਕੰਪਿਊਟਰ ਸਰਕਿਟ ਬੋਰਡ ਜਾਂ ਕਾਰਡ ਹੈ ਜੋ ਕਿ ਕੰਪਿਊਟਰ ਵਿੱਚ ਇੰਸਟਾਲ ਹੁੰਦਾ ਹੈ ਅਤੇ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਦਾ ਹੈ। ਬੱਚਿਓ, ਨੈਟਵਰਕ ਇੰਟਰਫੇਸ ਕਾਰਡ ਦਾ ਜੋ ਮੁੱਖ ਕੰਮ ਹੈ ਉਹ ਇਹੀ ਹੈ, ਕੰਪਿਊਟਰਸ ਨੂੰ ਨੈਟਵਰਕ ਦੇ ਵਿੱਚ ਲਿਆਉਣਾ। ਅਗਰ ਇਹ ਨੈਟਵਰਕ ਇੰਟਰਫੇਸ ਕਾਰਡ ਕਿਸੇ ਸਰਵਰ ਜਾਂ ਕਿਸੇ ਕਲਾਇੰਟ 'ਤੇ ਨਹੀਂ ਲੱਗਾ ਤੇ ਉਹ ਨੈਟਵਰਕ 'ਚ ਨਹੀਂ ਆ ਸਕਦੇ। ਜਿਵੇਂ ਕਿ ਉਦਾਹਰਨ ਲਈ ਤੁਹਾਡੇ ਸਾਹਮਣੇ ਇੱਕ ਨੈਟਵਰਕ ਹੈ ਜਿਸ ਦੇ ਵਿੱਚ ਇੱਕ ਸਰਵਰ ਹੈ ਅਤੇ ਦੋ ਕਲਾਇੰਟਸ ਹਨ। ਪਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਹਿਲੇ ਕਲਾਇੰਟ, ਦੂਸਰੇ ਕਲਾਇੰਟ ਅਤੇ ਸਰਵਰ, ਤਿੰਨਾਂ ਦੇ ਵਿੱਚ ਨੈਟਵਰਕ ਇੰਟਰਫੇਸ ਕਾਰਡ ਲੱਗਾ ਹੋਇਆ ਹੈ ਜਿਸ ਦੀ ਸ਼ਾਰਟ ਫਾਰਮ ਹੈ NIC। ਇਹ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਕਿ ਇਹ ਸਾਰੇ ਆਪਸ ਵਿੱਚ ਕਨੈਕਟ ਹੋ ਸਕਣ। ਜਿਵੇਂ ਕਿ ਸਰਵਰ ਅਤੇ ਕਲਾਇੰਟਸ ਦੇ ਵਿੱਚ ਜੋ ਕਨੈਕਟੀਵਿਟੀ ਹੈ, ਜੋ ਸੰਬੰਧ ਹੈ, ਉਹ ਸਿਰਫ ਨੈਟਵਰਕ ਇੰਟਰਫੇਸ ਕਾਰਡ ਕਰਕੇ ਹੀ ਬਣਦਾ ਹੈ। ਉਹ ਆਪਸ ਵਿੱਚ ਅਗਰ ਕਮਿਊਨੀਕੇਟ ਕਰ ਸਕਦੇ ਨੇ, ਅਗਰ ਆਪਸ ਵਿੱਚ ਕਨੈਕਟ ਹੋ ਸਕਦੇ ਨੇ ਤੇ ਸਿਰਫ ਨੈਟਵਰਕ ਇੰਟਰਫੇਸ ਕਾਰਡ ਕਰਕੇ। ਔਰ ਨੈਟਵਰਕ ਇੰਟਰਫੇਸ ਕਾਰਡ ਹਰ ਇੱਕ ਕੰਪਿਊਟਰ ਨੂੰ ਇੱਕ ਯੂਨੀਕ ਐਡਰੈਸ ਪ੍ਰੋਵਾਈਡ ਕਰਦਾ ਹੈ, ਉਸਦਾ ਇੱਕ ਯੂਨੀਕ ਪਤਾ ਉਸ ਦੇ ਵਿੱਚ ਪ੍ਰੋਵਾਈਡ ਕਰਨ ਦੀ ਜੋ ਫੈਸਿਲਿਟੀ ਹੈ ਉਹ ਵੀ ਨੈਟਵਰਕ ਇੰਟਰਫੇਸ ਕਾਰਡ ਵੱਲੋਂ ਹੀ ਮਿਲਦੀ ਹੈ। ਇਸ ਦਾ ਮਤਲਬ ਇਹ ਇੱਕ ਬਹੁਤ ਹੀ ਅਹਿਮ ਭਾਗ ਹੈ ਕਨੈਕਟੀਵਿਟੀ ਲਈ। ਇਸ ਤੋਂ ਬਾਅਦ ਬੱਚਿਓ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਨੈਟਵਰਕ ਇੰਟਰਫੇਸ ਜੋ ਕਾਰਡ ਹੈ ਉਹ ਦੋ ਤਰ੍ਹਾਂ ਦਾ ਹੈ। ਇਸ ਦੀ ਪਹਿਲੀ ਕਿਸਮ ਹੈ ਤਾਰਾਂ ਵਾਲਾ
ਜਿਹਨੂੰ ਕਿ ਇੰਗਲਿਸ਼ 'ਚ ਵਾਇਰਡ ਕਹਿੰਦੇ ਹਾਂ। ਤੁਹਾਨੂੰ ਸਕਰੀਨ ਤੇ ਨੈਟਵਰਕ ਇੰਟਰਫੇਸ ਕਾਰਡ ਨਜ਼ਰ ਆ ਰਿਹਾ ਹੈ। ਇਹ ਪੋਰਟ ਹੈ ਈਥਰਨੈਟ ਪੋਰਟ, ਤੇ ਇਹ ਇਸ ਤਾਰ ਰਾਹੀਂ ਇਸ ਦੇ ਨਾਲ ਕਨੈਕਟ ਹੁੰਦਾ ਹੈ। ਈਥਰਨੈਟ ਕੇਬਲ ਜੋ ਹੈ ਉਹ ਅੱਗੋਂ ਕੁਛ ਇਸ ਤਰ੍ਹਾਂ ਦਾ ਹੁੰਦਾ ਹੈ, ਜੋ ਕਿ ਇਸ ਪੋਰਟ ਦੇ ਵਿੱਚ ਇਨਸਰਟ ਕੀਤਾ ਜਾਂਦਾ ਹੈ। ਫਿਰ ਅਸੀਂ ਤਾਰਾਂ ਰਾਹੀਂ ਨੈਟਵਰਕ ਦੇ ਵਿੱਚ ਡਾਟਾ ਜਾਂ ਸੂਚਨਾ ਦੀ ਸਾਂਝ ਕਰ ਪਾਉਂਦੇ ਹਾਂ। ਤਾਂ ਬੱਚਿਓ, ਇਹ ਤਾਰਾਂ ਵਾਲਾ ਨੈਟਵਰਕ ਇੰਟਰਫੇਸ ਕਾਰਡ ਹੈ। ਇਸ ਦਾ ਦੂਸਰਾ ਜੋ ਕਿਸਮ ਹੈ ਉਹ ਹੈ ਤਾਰਾਂ ਤੋਂ ਬਿਨਾਂ, ਮਤਲਬ ਜਿਸ ਦੇ ਵਿੱਚ ਤਾਰ ਦੀ ਕੋਈ ਲੋੜ ਨਹੀਂ ਹੁੰਦੀ। ਮਾਰਕੀਟ ਵਿੱਚ ਹੁਣ ਵਾਇਰਲੈਸ ਨੈਟਵਰਕ ਇੰਟਰਫੇਸ ਕਾਰਡ ਆ ਚੁੱਕੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਬਿਨਾਂ ਤਾਰ ਤੋਂ ਨੈਟਵਰਕ ਤਿਆਰ ਕਰ ਸਕਦੇ ਹਾਂ। ਤੁਹਾਨੂੰ ਇਹ ਵਾਇਰਲੈਸ ਜੋ ਹੈ ਨੈਟਵਰਕ ਇੰਟਰਫੇਸ ਕਾਰਡ ਸਕਰੀਨ 'ਤੇ ਨਜ਼ਰ ਆ ਹੀ ਰਿਹਾ ਹੋਵੇਗਾ। ਇਸ ਦੇ ਨਾਲ ਹੀ ਸਾਡਾ ਦੂਸਰਾ ਭਾਗ ਅਸੀਂ ਇਸ ਦੇ ਬਾਰੇ ਜਾਣ ਚੁੱਕੇ ਹਾਂ। ਹੁਣ ਮੈਂ ਤੁਹਾਨੂੰ ਦੱਸਾਂਗੀ ਤੀਸਰੇ ਭਾਗ ਬਾਰੇ, ਹਬ ਜਾਂ ਸਵਿਚ। ਬੱਚਿਓ, ਹਬ ਜਾਂ ਸਵਿਚ ਕੀ ਹੁੰਦੇ ਨੇ ਕਿ ਨੈਟਵਰਕਿੰਗ ਹਬ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈਟਵਰਕ ਡਿਵਾਈਸ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਮਤਲਬ ਕਿ ਇੱਕ ਡਿਵਾਈਸ ਦੇ ਰਾਹੀਂ ਤੁਸੀਂ ਕਈ ਸਾਰੇ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਸਕਦੇ ਹੋ ਅਤੇ ਇੱਕ ਨੈਟਵਰਕ ਤਿਆਰ ਕਰ ਸਕਦੇ ਹੋ। ਬੱਚਿਓ, ਤੁਹਾਨੂੰ ਸਕਰੀਨ 'ਤੇ ਹਬ ਜਾਂ ਸਵਿਚ ਨਜ਼ਰ ਆ ਰਿਹਾ ਹੈ। ਇਸ ਦੇ ਵਿੱਚ ਕਾਫੀ ਸਾਰੀਆਂ ਪੋਰਟਸ ਨੇ, ਠੀਕ ਹੈ। ਇਹਨਾਂ ਪੋਰਟਸ ਰਾਹੀਂ ਅਸੀਂ ਤਾਰਾਂ ਨਾਲ ਨੈਟਵਰਕ ਦੇ ਵਿੱਚ ਕੰਪਿਊਟਰਸ ਨੂੰ ਆਪਸ ਵਿੱਚ ਜੋੜ ਸਕਦੇ ਹਾਂ। ਪਰ ਹਬ ਰਾਹੀਂ ਜੁੜ ਕੇ ਨੈਟਵਰਕ 'ਚ ਕੰਪਿਊਟਰ ਕੰਮ ਕਿੱਦਾਂ ਕਰਦੇ ਹੈ, ਚਲੋ ਮੈਂ ਤੁਹਾਨੂੰ ਦੱਸਾਂ। ਬੱਚਿਓ, ਇਹ ਤੁਹਾਡੇ ਸਾਹਮਣੇ ਹਬ ਹੈ, ਠੀਕ ਹੈ। ਹੁਣ ਇਸ ਦੇ ਵਿੱਚ 4 ਕੰਪਿਊਟਰਸ A, B, C ਅਤੇ D ਚਾਰੋਂ ਹਬ ਦੇ ਨਾਲ ਹੀ ਕਨੈਕਟਿਡ ਨੇ। ਪਰ ਜਦੋਂ ਇੱਕ ਕੰਪਿਊਟਰ ਹਬ ਰਾਹੀਂ ਡਾਟਾ ਸੰਚਾਰ ਕਰਦਾ ਹੈ ਤਾਂ ਕਿੱਦਾਂ ਕਰਦਾ ਹੈ। ਮੰਨ ਲਓ B ਕੰਪਿਊਟਰ ਡਾਟਾ ਭੇਜ ਰਿਹਾ ਹੈ, ਹਬ ਨੂੰ ਗਿਆ, ਹਬ ਨੇ ਬਾਕੀ 3 ਕੰਪਿਊਟਰ A, C ਅਤੇ D ਨੂੰ ਭੇਜ ਦਿੱਤਾ। ਜਦੋਂ A ਡਾਟਾ ਹਬ ਨੂੰ ਭੇਜਦਾ ਹੈ, ਉਹ B, C ਅਤੇ D ਨੂੰ ਡਾਟਾ ਭੇਜ ਦਿੰਦਾ ਹੈ, ਠੀਕ ਹੈ। ਇਸ ਦਾ ਮਤਲਬ ਸਾਰੇ ਕੰਪਿਊਟਰਸ ਜੋ ਆਪਸ ਵਿੱਚ ਇੱਕ ਦੂਸਰੇ ਨਾਲ ਡਾਟਾ ਦੀ ਜਾਂ ਸੂਚਨਾ ਦਾ ਸੰਚਾਰ ਕਰ ਰਹੇ ਹਨ, ਉਹ ਕਿਸ ਰਾਹੀਂ ਕਰ ਰਹੇ ਨੇ, ਹਬ ਰਾਹੀਂ। ਹਬ ਰਾਹੀਂ ਹੀ ਸਾਰਾ ਡਾਟਾ ਇੱਕ ਦੂਸਰੇ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗੀ ਇਸ ਦੇ ਚੌਥੇ ਭਾਗ ਬਾਰੇ, ਰਾਊਟਰ। ਰਾਊਟਰ ਕੀ ਹੈ? ਇਹ ਹਾਰਡਵੇਅਰ ਡਿਵਾਈਸ ਹੈ ਜੋ ਕਿ ਡਾਟਾ ਨੂੰ ਪ੍ਰਾਪਤ ਕਰਦਾ ਹੈ ਅਤੇ ਪ੍ਰਾਪਤ ਕੀਤੇ ਡਾਟਾ ਦਾ ਨਿਰੀਖਣ ਕਰਕੇ ਉਸ ਹੀ ਨੈਟਵਰਕ ਜਾਂ ਦੂਸਰੇ ਨੈਟਵਰਕ ਵਿੱਚ ਅੱਗੇ ਭੇਜ ਦਿੰਦਾ ਹੈ। ਬੱਚਿਓ, ਤੁਹਾਨੂੰ ਸਕਰੀਨ 'ਤੇ ਰਾਊਟਰ ਨਜ਼ਰ ਆ ਰਿਹਾ ਹੋਵੇਗਾ। ਇਹ ਤੁਸੀਂ ਆਪਣੇ ਘਰਾਂ 'ਚ ਜਾਂ ਕਾਫੀ ਵਾਰ ਕਿਸੇ ਟਾਈਮ ਆਪਣੇ ਸਕੂਲ ਦੀ ਲੈਬ 'ਚ ਦੇਖਿਆ ਹੋਵੇਗਾ ਕਿ ਇੰਟਰਨੈਟ ਨਾਲ ਕਨੈਕਟ ਹੋਣ ਲਈ ਰਾਊਟਰ ਜਾਂ ਮੋਡਮ ਤੁਹਾਡੇ ਉੱਥੇ ਪਿਆ ਹੋਵੇਗਾ। ਪਰ ਇਹ ਰਾਊਟਰ ਦਾ ਕੰਮ ਕੀ ਹੈ? ਇਹ ਤੁਹਾਡੇ ਜਿਹੜਾ ਇੱਕ ਨੈਟਵਰਕ 'ਚ ਕੰਪਿਊਟਰਸ ਨੇ ਉਹਨਾਂ ਤੋਂ ਡਾਟਾ ਪ੍ਰਾਪਤ ਕਰਦਾ ਹੈ, ਉਹਨੂੰ ਪ੍ਰੋਪਰ ਨਿਰੀਖਣ ਕਰਕੇ ਉਹਨੂੰ ਫਰਦਰ ਅੱਗੇ ਕਿਸੇ ਨੈਟਵਰਕ 'ਤੇ ਸੈਂਡ ਕਰ ਦਿੰਦਾ ਹੈ ਜਾਂ ਸੇਮ ਨੈਟਵਰਕ 'ਚ ਵੀ ਸੈਂਡ ਕਰ ਦਿੰਦਾ ਹੈ। ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਮੈਂ ਤੁਹਾਨੂੰ ਦੱਸਦੀ ਹਾਂ। ਮੰਨ ਲਓ ਇੱਕ ਰਾਊਟਰ ਹੈ, ਠੀਕ ਹੈ। ਰਾਊਟਰ ਨੈਟਵਰਕ ਦੇ ਵਿੱਚ ਜੋ ਡਾਟਾ ਹੈ ਉਹ ਟਰਾਂਸਫਰ ਕਰ ਰਿਹਾ ਹੈ, ਠੀਕ ਹੈ। ਕਿਸੇ ਨੈਟਵਰਕ ਤੋਂ ਡਾਟਾ ਆ ਰਿਹਾ ਹੈ ਅਤੇ ਕਿਸੇ ਹੋਰ ਨੈਟਵਰਕ 'ਚ ਡਾਟਾ ਜਾ ਰਿਹਾ ਹੈ। ਮਤਲਬ ਇੱਕ ਨੈਟਵਰਕ ਤੋਂ ਡਾਟਾ ਆ ਕੇ ਉਸੀ ਨੈਟਵਰਕ 'ਚ ਵੀ ਜਾ ਸਕਦਾ ਹੈ ਅਤੇ ਫਰਦਰ ਅੱਗੇ ਵੀ ਨੈਟਵਰਕਸ ਦੇ ਵਿੱਚ ਉਹ ਡਿਸਟਰੀਬਿਊਟ ਹੋ ਸਕਦਾ ਹੈ। ਤਾਂ ਇਹ ਰਾਊਟਰ ਜੋ ਹੈ ਉਹ ਨੈਟਵਰਕ ਦੇ ਵਿੱਚ ਡਾਟਾ ਟਰਾਂਸਫਰ ਕਰਨ ਦਾ ਕੰਮ ਕਰਦਾ ਹੈ, ਜੋ ਕਿ ਡਾਟਾ ਨੂੰ ਐਜ਼ ਇਟ ਇਜ਼ ਇੱਕ ਨਿਰੀਖਣ ਕਰਨ ਤੋਂ ਬਾਅਦ ਅੱਗੇ ਫਰਦਰ ਨੈਟਵਰਕਸ 'ਤੇ ਸੈਂਡ ਕਰਦਾ ਹੈ। ਤਾਂ ਠੀਕ ਹੈ, ਮੈਂ ਉਮੀਦ ਕਰਦੀ ਹਾਂ ਕਿ ਕੰਪਿਊਟਰ ਨੈਟਵਰਕ ਦੇ ਭਾਗਾਂ ਵਿੱਚ ਜਿਹੜੇ 4 ਅਹਿਮ ਭਾਗ ਸੀਗੇ, ਕੰਪਿਊਟਰ, ਨੈਟਵਰਕ ਇੰਟਰਫੇਸ ਕਾਰਡ, ਹਬ, ਸਵਿਚ ਅਤੇ ਰਾਊਟਰ, ਇਹਨਾਂ ਬਾਰੇ ਤੁਹਾਨੂੰ ਪਤਾ ਚੱਲ ਚੁੱਕਾ ਹੈ। ਹੁਣ ਮੈਂ ਤੁਹਾਨੂੰ ਦੱਸਾਂਗੀ ਨੈਟਵਰਕ ਦੇ ਲਾਭ। ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਵੀ ਕੁਝ ਨੈਟਵਰਕ ਦੀ ਵਰਤੋਂ ਦੱਸੀ ਸੀ ਕਿ ਨੈਟਵਰਕਿੰਗ ਦੀ ਵਰਤੋਂ ਕੀ ਹੈ ਅਤੇ ਉਹਨਾਂ ਹੀ ਵਰਤੋਂ ਕਰਕੇ ਸਾਨੂੰ ਇਸ ਤੋਂ ਕੁਝ ਲਾਭ ਹੁੰਦੇ ਨੇ। ਤਾਂ ਸਭ ਤੋਂ ਪਹਿਲਾ ਲਾਭ ਹੈ ਡਾਟਾ ਅਤੇ ਸੂਚਨਾ ਦੀ ਸਾਂਝ। ਮਤਲਬ ਜਦੋਂ ਅਸੀਂ ਕੰਪਿਊਟਰਸ ਨੂੰ ਨੈਟਵਰਕ ਨਾਲ ਜੋੜਦੇ ਹਾਂ ਤਾਂ ਕੀ ਹੁੰਦਾ ਹੈ, ਅਸੀਂ ਉਸ ਦੇ ਵਿੱਚ ਡਾਟਾ ਜਾਂ ਪ੍ਰੋਗਰਾਮ ਜਾਂ ਵੱਖ-ਵੱਖ ਸਰੋਤਾਂ ਦੀ ਸਾਂਝ ਕਰ ਸਕਦੇ ਹਾਂ। ਇਹ ਇਸ ਕਾਰਨ ਸੰਭਵ ਹੁੰਦਾ ਹੈ ਕਿਉਂਕਿ ਸਾਰੀਆਂ ਫਾਈਲਾਂ ਕੇਂਦਰੀ
ਇੱਕ ਜੋ ਸੈਂਟਰਲ ਕੰਪਿਊਟਰ ਸਰਵਰ ਹੁੰਦਾ ਹੈ ਉਸ ਦੇ ਉੱਪਰ ਸਟੋਰ ਹੁੰਦੀਆਂ ਹਨ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਸਰਵਰ ਅਤੇ ਕਲਾਇੰਟ ਬਾਰੇ ਦੱਸ ਚੁੱਕੀ ਹਾਂ। ਸਰਵਰ ਸਾਰੀ ਫਾਈਲਾਂ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ, ਜਿਹਦੇ ਨਾਲ ਸ਼ੇਅਰਿੰਗ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਹੈ। ਇਸ ਦਾ ਦੂਸਰਾ ਫਾਇਦਾ ਹੈ ਹਾਰਡਵੇਅਰ ਅਤੇ ਸੌਫਟਵੇਅਰ ਸ਼ੇਅਰ ਕਰਨਾ। ਬੱਚਿਓ, ਜਿਵੇਂ ਕਿ ਸਰਵਰ ਅਗਰ ਫਾਈਲ ਸ਼ੇਅਰ ਕਰਦਾ ਹੈ, ਇਸੇ ਤਰੀਕੇ ਉਹ ਹਾਰਡਵੇਅਰ ਅਤੇ ਸੌਫਟਵੇਅਰ ਵੀ ਸ਼ੇਅਰ ਕਰ ਸਕਦਾ ਹੈ। ਮੰਨ ਲਓ ਸਾਡੇ ਇੱਕ ਸਰਵਰ 'ਤੇ ਓਪਰੇਟਿੰਗ ਸਿਸਟਮ ਪਿਆ ਹੈ, ਬਾਕੀ ਉਹਦੇ ਨਾਲ 10 ਕਲਾਇੰਟ ਜਾਂ 5 ਕਲਾਇੰਟ ਉਹਦੇ ਨਾਲ ਜੁੜੇ ਹੋਏ ਹਨ ਅਤੇ 5 ਕਲਾਇੰਟਸ ਉਹ ਇਕੱਲੇ ਸਰਵਰ ਤੋਂ ਓਪਰੇਟਿੰਗ ਸਿਸਟਮ ਦੀ ਵਰਤੋਂ ਕਰਕੇ ਚੱਲ ਸਕਦੇ ਹਨ। ਇਸੇ ਤਰੀਕੇ ਅਗਰ ਇੱਕ ਸਰਵਰ 'ਤੇ ਪ੍ਰਿੰਟਰ ਜਾਂ ਸਕੈਨਰ ਅਟੈਚ ਹੈ ਅਤੇ ਬਾਕੀ ਜੋ ਕਲਾਇੰਟਸ ਨੇ ਉਹ ਉਹਦੇ ਤੋਂ ਹੀ ਉਸਨੂੰ ਸ਼ੇਅਰ ਕਰ ਸਕਦੇ ਨੇ, ਕਿਉਂਕਿ ਸਰਵਰ ਸ਼ੇਅਰ ਕਰਨ ਦੀ ਆਗਿਆ ਦਿੰਦਾ ਹੈ ਅਤੇ ਕੰਪਿਊਟਰਸ ਜੋ ਬਾਕੀ ਕਨੈਕਟਡ ਨੇ, ਜਿਨ੍ਹਾਂ ਨੂੰ ਅਸੀਂ ਕਲਾਇੰਟ ਕਹਿੰਦੇ ਹਾਂ, ਉਹ ਪ੍ਰਿੰਟਰ ਦੀ ਵਰਤੋਂ ਨੈਟਵਰਕ 'ਚ ਰਹਿ ਕੇ ਕਰ ਸਕਦੇ ਹਨ। ਇਸ ਦਾ ਤੀਸਰਾ ਫਾਇਦਾ ਹੈ ਕਮਿਊਨੀਕੇਸ਼ਨ ਮੀਡੀਆ। ਇਸ ਦੇ ਬਾਰੇ ਤਾਂ ਤੁਹਾਨੂੰ ਵੀ ਪਤਾ ਹੋਏਗਾ ਬੱਚਿਓ। ਨੈਟਵਰਕ ਦੀ ਸਭ ਤੋਂ ਵੱਡੀ ਉਦਾਹਰਨ ਹੈ ਇੰਟਰਨੈਟ, ਕਿਉਂਕਿ ਇੰਟਰਨੈਟ ਜੋ ਹੈ ਉਹਨੇ ਪੂਰੀ ਦੁਨੀਆ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਅਤੇ ਇੱਕ ਥਾਂ ਤੋਂ ਹੁਣ ਦੂਸਰੀ ਥਾਂ 'ਤੇ ਡਾਟਾ ਭੇਜਣਾ ਜਾਂ ਕਮਿਊਨੀਕੇਟ ਕਰਨਾ ਬਹੁਤ ਸੌਖਾ ਹੋ ਗਿਆ ਹੈ, ਕਿਉਂਕਿ ਹੁਣ ਇੰਟਰਨੈਟ ਹੋਂਦ 'ਚ ਆ ਚੁੱਕਾ ਹੈ। ਇੰਟਰਨੈਟ ਨੈਟ ਆਫ ਨੈਟਵਰਕਸ ਹੀ ਹੈ ਕਿ ਉਹ ਇੱਕ ਨੈਟਵਰਕ, ਦੋ ਨੈਟਵਰਕ, ਛੋਟੇ ਛੋਟੇ ਕਈ ਨੈਟਵਰਕਸ ਨੂੰ ਮਿਲਾ ਕੇ ਇੱਕ ਵੱਡਾ ਨੈਟਵਰਕ ਬਣ ਗਿਆ। ਉਹਨੂੰ ਅਸੀਂ ਨੈਟਵਰਕ ਆਫ ਨੈਟਵਰਕਸ ਵੀ ਕਹਿ ਦਿੰਦੇ ਹਾਂ। ਤਾਂ ਇਸ ਮਾਧਿਅਮ ਰਾਹੀਂ ਬਹੁਤ ਹੀ ਤੇਜ਼ ਸੰਚਾਰ ਹੁੰਦਾ ਹੈ। ਅਸੀਂ ਕਿਤੇ ਵੀ ਈਮੇਲ ਭੇਜ ਸਕਦੇ ਹਾਂ ਜੋ ਕਿ ਕੁਛ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਪਹੁੰਚ ਜਾਂਦੀ ਹੈ। ਇਸ ਦਾ ਚੌਥਾ ਫਾਇਦਾ ਹੈ ਫਾਈਲ ਇੰਟੀਗ੍ਰਿਟੀ। ਵਿੱਚੋਂ ਜਦੋਂ ਅਸੀਂ ਫਾਈਲ ਨੂੰ ਟਰਾਂਸਫਰ ਕਰਦੇ ਹਾਂ ਨੈਟਵਰਕ 'ਤੇ ਸਾਡੀ ਜਿਹੜੀ ਫਾਈਲ ਦੀ ਅਖੰਡਤਾ ਹੈ ਉਹ ਬਣੀ ਰਹਿੰਦੀ ਹੈ। ਫਾਈਲ ਨੂੰ ਭੇਜਣ ਦਾ ਜੋ ਸਮਾਂ ਹੈ ਉਹ ਵੀ ਬਚ ਜਾਂਦਾ ਹੈ ਅਤੇ ਫਾਈਲ ਦੀ ਵਰਤੋਂ ਅਤੇ ਸਾਂਝ ਤੇਜ਼ੀ ਨਾਲ ਹੋ ਜਾਂਦੀ ਹੈ। ਇਸ ਦੇ ਕੁਝ ਹੋਰ ਵੀ ਲਾਭ ਹਨ, ਜਿਵੇਂ ਕਿ ਸਸਤਾ ਸਾਧਨ। ਨੈਟਵਰਕ ਰਾਹੀਂ ਸਾਨੂੰ ਕੋਸਟ, ਮਤਲਬ ਇਹ ਸਾਨੂੰ ਇਕਨੋਮਿਕਲੀ ਪੈਂਦਾ ਹੈ। ਕਿਵੇਂ? ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ ਕਿ ਮੰਨ ਲਓ ਸਰਵਰ ਨਾਲ ਇੱਕ ਪ੍ਰਿੰਟਰ ਜਾਂ ਇੱਕ ਸਰਵਰ ਅਟੈਚ ਹੈ, ਠੀਕ ਹੈ, ਔਰ ਬਾਕੀ ਜੋ 10 ਕੰਪਿਊਟਰਸ ਨੇ ਉਹ ਉਹਦੇ 'ਤੇ ਕੰਮ ਕਰ ਰਹੇ ਨੇ। ਹੁਣ ਸਰਵਰ ਤੋਂ ਇਜਾਜ਼ਤ ਲੈ ਕੇ, ਕਿਉਂਕਿ ਸਰਵਰ ਆਗਿਆ ਦਿੰਦਾ ਹੈ ਕਿ ਉਸ ਪ੍ਰਿੰਟਰ ਜਾਂ ਸਰਵਰ ਨੂੰ ਬਾਕੀ ਕਲਾਇੰਟ ਵੀ ਯੂਜ਼ ਕਰ ਸਕਣ, ਅਤੇ ਜਿਹੜੇ 10 ਕੰਪਿਊਟਰ ਨੇ ਉਹ ਇੱਕ ਇਕੱਲੇ ਪ੍ਰਿੰਟਰ ਨਾਲ ਆਪਣਾ ਕੰਮ ਕਰ ਰਹੇ ਨੇ ਅਤੇ ਸਾਨੂੰ ਵੱਖ-ਵੱਖ ਕੰਪਿਊਟਰਸ 'ਤੇ ਪ੍ਰਿੰਟਰ ਅਟੈਚ ਕਰਨ ਦੀ ਲੋੜ ਨਹੀਂ ਪੈਂਦੀ। ਮੰਨ ਲਓ ਅਗਰ 10 ਕੰਪਿਊਟਰ ਨੈਟਵਰਕ 'ਚ ਨੇ ਅਤੇ 10,000 ਦਾ ਇੱਕ ਪ੍ਰਿੰਟਰ ਹੈ ਅਤੇ ਉਹ 10 ਦੇ 10 ਕੰਪਿਊਟਰ ਇੱਕੋ ਪ੍ਰਿੰਟਰ ਨੂੰ ਯੂਜ਼ ਕਰ ਰਹੇ ਹੈ। ਪਰ ਅਗਰ ਮੈਨੂੰ 10 ਦੇ ਨਾਲ 10 ਪ੍ਰਿੰਟਰ ਲਗਾਉਣੇ ਪੈਣ ਤਾਂ ਮੈਨੂੰ 1 ਲੱਖ ਦਾ ਖਰਚਾ ਆਏਗਾ। ਇਸ ਦਾ ਮਤਲਬ ਮੇਰਾ ਕੁਛ ਹੀ ਪੈਸਿਆਂ ਵਿੱਚ ਸਾਰਾ ਕੰਮ ਹੋ ਰਿਹਾ ਹੈ, ਜਿਸ ਕਾਰਨ ਮੈਨੂੰ ਇਹ ਇੱਕ ਸਸਤਾ ਸਾਧਨ ਲੱਗਦਾ ਹੈ ਕਿ ਨੈਟਵਰਕ ਵਿੱਚ ਅਗਰ ਕੰਪਿਊਟਰਸ ਨੂੰ ਜੋੜ ਦਿੱਤਾ ਜਾਵੇ ਤਾਂ ਉਹਦੇ ਨਾਲ ਕੋਸਟ ਜੋ ਹੈ ਉਹ ਬਹੁਤ ਇਫੈਕਟ ਕਰਦੀ ਹੈ, ਸਾਡੀ ਕੋਸਟ ਘੱਟ ਜਾਂਦੀ ਹੈ ਕਈ ਕੰਮ ਕਰਨ 'ਤੇ, ਠੀਕ ਹੈ। ਇਸ ਦਾ ਨੈਕਸਟ ਫਾਇਦਾ ਹੈ ਰਿਲਾਇਬਿਲਿਟੀ, ਭਰੋਸੇਯੋਗਤਾ। ਨੈਟਵਰਕ ਸਾਨੂੰ ਬਹੁਤ ਸਾਰੇ ਸਰੋਤਾਂ ਨੂੰ ਵਰਤਣ ਦਾ ਭਰੋਸਾ ਦਿਵਾਉਂਦਾ ਹੈ, ਕਿਉਂਕਿ ਨੈਟਵਰਕ 'ਚ ਰਹਿ ਕੇ ਅਸੀਂ ਵੱਖ-ਵੱਖ ਡਿਵਾਈਸਿਸ ਦੀ ਵਰਤੋਂ ਕਰ ਸਕਦੇ ਹਾਂ। ਉਦਾਹਰਨ ਵਜੋਂ ਅਗਰ ਹਾਰਡਵੇਅਰ ਫੇਲ ਹੋ ਜਾਂਦਾ ਹੈ, ਮੰਨ ਲਓ ਇੱਕ ਕੰਪਿਊਟਰ ਆ, ਉਹਦਾ ਕੋਈ ਪ੍ਰੋਬਲਮ ਆ ਗਈ, ਕੋਈ ਟੈਕਨੀਕਲ ਇਸ਼ੂ ਆ ਗਿਆ, ਅਤੇ ਨੈਟਵਰਕ 'ਚ ਹੋਣ ਕਰਕੇ ਅਸੀਂ ਕਿਸੇ ਹੋਰ ਕੰਪਿਊਟਰ ਤੋਂ ਉਸ ਦੀ ਸੂਚਨਾ ਇਕੱਠੀ ਕਰ ਸਕਦੇ ਹਾਂ। ਇਸ ਦਾ ਮਤਲਬ ਅਸੀਂ ਕੰਪਿਊਟਰ 'ਤੇ ਜਿਹੜਾ ਨੈਟਵਰਕ ਹੈ ਉਸ 'ਤੇ ਭਰੋਸਾ ਕਰ ਸਕਦੇ ਹਾਂ। ਇਹ ਨਹੀਂ ਹੈਗਾ ਕਿ ਕੰਪਿਊਟਰ ਖਰਾਬ ਅਤੇ ਸਾਡਾ ਸਾਰਾ ਡਾਟਾ ਖਤਮ ਹੋ ਜਾਏਗਾ। ਅਗਰ ਕੋਈ ਹਾਰਡਵੇਅਰ ਫੇਲੀਅਰ ਆ ਗਿਆ, ਕੋਈ ਪ੍ਰੋਬਲਮ ਆ ਗਈ, ਅਤੇ ਕਿਉਂਕਿ ਇੱਕ ਸਰਵਰ ਵੀ ਅਟੈਚ ਹੈ ਨਾਲ, ਅਤੇ ਅਸੀਂ ਉਸ ਦੇ ਰਾਹੀਂ ਆਪਣੀ ਸੂਚਨਾ ਇਕੱਠੀ ਕਰ ਸਕਦੇ ਹਾਂ। ਨੈਕਸਟ ਹੈ ਲਚਕਤਾ। ਨੈਟਵਰਕ ਵੱਧ ਫਲੈਕਸੀਬਿਲਿਟੀ ਪ੍ਰਦਾਨ ਕਰਦਾ ਹੈ, ਕਿਉਂਕਿ ਇਸ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਯੰਤਰਾਂ ਨੂੰ ਜੋੜ ਸਕਦੇ ਹਾਂ, ਜਿਵੇਂ ਕਿ ਫੋਨ, ਟੈਬ, ਲੈਪਟਾਪਸ, PC, ਪਰਸਨਲ ਕੰਪਿਊਟਰਸ, ਨੋਟਬੁੱਕਸ, ਮਤਲਬ ਕਿਸੇ ਵੀ ਕਿਸਮ ਦੇ ਜਿਹੜੇ ਕੰਪਿਊਟਰਸ ਨੇ ਉਹਨਾਂ ਨੂੰ ਅਸੀਂ ਨੈਟਵਰਕਸ ਰਾਹੀਂ ਇੱਕ ਦੂਸਰੇ ਨਾਲ ਕਨੈਕਟ ਕਰ ਸਕਦੇ ਹਾਂ। ਕੋਈ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਕੰਪਿਊਟਰਸ ਹੀ ਅਟੈਚ ਹੋ ਸਕਦੇ ਨੇ, ਟੈਬਸ ਨਹੀਂ ਹੋ ਸਕਦੀਆਂ ਜਾਂ ਲੈਪਟਾਪ ਨਹੀਂ ਹੋ ਸਕਦੇ, ਇਸ ਤਰ੍ਹਾਂ ਨਹੀਂ ਹੈ। ਇਸ ਦੇ ਵਿੱਚ ਫਲੈਕਸੀਬਿਲਿਟੀ ਹੁੰਦੀ ਹੈ, ਕਿਸੇ ਵੀ ਤਰੀਕੇ ਦੇ ਕੰਪਿਊਟਰ ਨੂੰ ਅਸੀਂ ਨੈਟਵਰਕ
ਰਾਹੀਂ ਕਨੈਕਟ ਕਰ ਸਕਦੇ ਹਾਂ। ਨੈਕਸਟ ਹੈ ਬੈਕਅਪ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇੱਕ ਸੈਂਟਰਲ 'ਚ ਸਰਵਰ ਕੰਪਿਊਟਰ ਹੁੰਦਾ ਜੋ ਪਾਵਰਫੁਲ ਹੁੰਦਾ ਹੈ, ਬਾਕੀ ਉਸਦੇ ਸਾਰੇ ਕੰਪਿਊਟਰ ਜੋ ਅਟੈਚ ਹੁੰਦੇ ਨੇ ਉਹ ਕਲਾਇੰਟ ਹੁੰਦੇ ਨੇ। ਅਤੇ ਜਿਹੜੇ ਬੇਟਾ ਵੱਖ-ਵੱਖ ਕੰਪਿਊਟਰ ਹੁੰਦੇ ਨੇ ਉਹ ਕੀ ਕਰਦੇ ਆ ਕਿ ਆਪਣੀ ਫਾਈਲਾਂ ਦਾ ਜੋ ਬੈਕਅਪ ਹੈ ਉਹ ਸਰਵਰ 'ਤੇ ਰੱਖ ਦਿੰਦੇ ਨੇ, ਅਤੇ ਸਾਨੂੰ ਬੈਕਅਪ ਲੈਣ ਵਾਸਤੇ ਵੱਖ-ਵੱਖ ਕੰਪਿਊਟਰਸ 'ਤੇ ਜਾਣ ਦੀ ਲੋੜ ਨਹੀਂ ਪੈਂਦੀ। ਅਸੀਂ ਇਕੱਲੇ ਸਰਵਰ ਤੋਂ ਹੀ ਡਾਟਾ ਦਾ ਬੈਕਅਪ ਲੈ ਲੈਂਦੇ ਹਾਂ, ਜੋ ਕਿ ਬਹੁਤ ਸੌਖਾ ਹੁੰਦਾ ਹੈ। ਇਸ ਦਾ ਨੈਕਸਟ ਪੁਆਇੰਟ ਹੈ ਸੁਰੱਖਿਆ, ਜੋ ਕਿ ਬਹੁਤ ਹੀ ਅਹਿਮ ਹੈ, ਕਿਉਂਕਿ ਨੈਟਵਰਕ ਸਾਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ, ਪਰ ਇਸ ਨੂੰ ਧਿਆਨ ਨਾਲ ਅਗਰ ਅਸੀਂ ਵਰਤਦੇ ਹਾਂ ਤਾਂ ਫਿਰ ਹੀ ਅਸੀਂ ਉਸ ਸੁਰੱਖਿਆ ਦਾ ਫਾਇਦਾ ਉਠਾ ਸਕਦੇ ਹਾਂ। ਅਤੇ ਨੈਟਵਰਕ ਯੂਜ਼ਰ ਸਿਰਫ ਕੁਝ ਕੁ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਚਲਾ ਸਕਦਾ ਹੈ। ਠੀਕ ਹੈ ਬੱਚਿਓ, ਨੈਟਵਰਕ 'ਚ ਰਹਿ ਕੇ ਸਿਕਿਉਰਿਟੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਲਾਸਟ ਹੈ ਸਪੀਡ। ਨੈਟਵਰਕ 'ਤੇ ਨਿਰਭਰ ਕਰਦੇ ਹੋਏ ਨੈਟਵਰਕ ਦੇ ਅੰਦਰ ਫਾਈਲਾਂ ਨੂੰ ਸ਼ੇਅਰ ਅਤੇ ਟਰਾਂਸਫਰ ਕਰਨਾ ਬਹੁਤ ਤੇਜ਼ ਹੁੰਦਾ ਹੈ। ਫਾਈਲਾਂ ਦੀ ਇੰਟੀਗ੍ਰਿਟੀ ਦੀ ਸੰਭਾਲ ਕਰਨ ਦੇ ਵਿੱਚ ਵੀ ਜਿਹੜਾ ਸਮੇਂ ਲੱਗਦਾ ਹੈ ਉਸ ਦੀ ਬਚਤ ਹੁੰਦੀ ਹੈ, ਕਿਉਂਕਿ ਅਸੀਂ ਨੈਟਵਰਕ 'ਚ ਕੀ ਕਰਦੇ ਹਾਂ ਬੱਚੇ, ਇੱਕ ਥਾਂ ਤੋਂ ਦੂਸਰੀ ਥਾਂ 'ਤੇ ਫਾਈਲ ਟਰਾਂਸਫਰ ਕਰ ਲੈਂਦੇ ਹਾਂ, ਜੋ ਕਿ ਬਹੁਤ ਹੀ ਤੇਜ਼ੀ ਨਾਲ ਹੋ ਜਾਂਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਮੇਲਸ ਕਰ ਸਕਦੇ ਹਾਂ, ਅਸੀਂ ਕਈ ਫੋਲਡਰਸ ਟਰਾਂਸਫਰ ਕਰ ਸਕਦੇ ਹਾਂ, ਜੋ ਕਿ ਕੁਛ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਟਰਾਂਸਫਰ ਹੋ ਜਾਂਦੇ ਹੈ। ਨੈਕਸਟ ਹੈ ਬੱਚਿਓ ਨੈਟਵਰਕ ਦੀਆਂ ਹਾਨੀਆਂ, ਜਿਵੇਂ ਕਿ ਤੁਹਾਡੇ ਸਾਹਮਣੇ ਨੇ ਕਿ ਸਭ ਤੋਂ ਪਹਿਲਾਂ ਹੀ ਹਾਨੀ ਹੈ ਨੈਟਵਰਕ ਫੇਲ ਹੋਣਾ। ਅਗਰ ਨੈਟਵਰਕ ਫੇਲ ਹੋਣ 'ਤੇ ਸਾਨੂੰ ਸਾਰੀਆਂ ਜਿੰਨੀਆਂ ਕੇਂਦਰੀ ਸੁਵਿਧਾਵਾਂ ਨੇ ਉਹ ਸਭ ਫੇਲ ਹੋ ਜਾਂਦੀਆਂ ਨੇ। ਜਿਵੇਂ ਕਿ ਮੈਂ ਅਗਰ ਉਦਾਹਰਨ ਦੇਵਾਂ, ਮੰਨ ਲਓ ਸਾਡਾ ਮੋਬਾਈਲ ਨੈਟਵਰਕ ਅਗਰ ਕਿਸੇ ਕੰਪਨੀ ਦਾ ਅਸੀਂ ਕਨੈਕਸ਼ਨ ਲਿੱਤਾ ਹੋਇਆ ਹੈ, ਉਸ ਕੰਪਨੀ ਦਾ ਟਾਵਰ ਜਾਂ ਨੈਟਵਰਕ 'ਚ ਕੋਈ ਪ੍ਰੋਬਲਮ ਆ ਗਈ ਅਤੇ ਉਹਦੇ ਨਾਲ ਜਿੰਨੇ ਵੀ ਕਸਟਮਰਸ ਕਨੈਕਟਡ ਨੇ ਉਹਨਾਂ ਸਾਰਿਆਂ ਦਾ ਨੈਟਵਰਕ ਬੰਦ ਹੋ ਜਾਏਗਾ, ਉਹ ਕਿਸੇ ਨਾਲ ਕਨੈਕਟਡ ਨਹੀਂ ਰਹਿ ਪਾਉਣਗੇ, ਮਤਲਬ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਖਤਮ ਹੋ ਜਾਣਗੀਆਂ। ਇਸੇ ਤਰੀਕੇ ਅਗਰ ਨੈਟਵਰਕ ਫੇਲ ਹੋ ਜਾਂਦਾ ਹੈ ਤਾਂ ਸਾਰੀਆਂ ਕੇਂਦਰੀ ਸੁਵਿਧਾਵਾਂ ਵੀ ਫੇਲ ਹੋ ਜਾਂਦੀਆਂ ਹਨ। ਦੂਸਰਾ ਹੈ ਮੈਨੇਜਮੈਂਟ। ਬੱਚਿਓ ਨੈਟਵਰਕ ਬਣਾਉਣਾ ਤਾਂ ਸਾਨੂੰ ਲੱਗਦਾ ਹੈ ਕਿ ਬਹੁਤ ਸੌਖਾ ਹੈ, ਬਟ ਇਸ ਨੂੰ ਮੈਨੇਜ ਕਰਨਾ ਬਹੁਤ ਹੀ ਔਖਾ ਹੈ, ਕਿਉਂਕਿ ਨੈਟਵਰਕ ਨੂੰ ਮੈਨੇਜਮੈਂਟ ਜਿਹੜੀ ਦੇਣੀ ਹੁੰਦੀ ਹੈ ਕਿ ਪ੍ਰੋਪਰ ਹਰ ਚੀਜ਼ ਸਹੀ ਚੱਲੇ, ਜੋ ਕੰਪਿਊਟਰਸ ਨੇ ਆਪਸ ਵਿੱਚ ਕਮਿਊਨੀਕੇਟ ਕਰ ਸਕਣ, ਕਿਸ ਰਾਹੀਂ ਉਹ ਕਮਿਊਨੀਕੇਟ ਕਰ ਰਹੇ ਆ, ਇਹ ਸਾਰੀ ਚੀਜ਼ਾਂ ਦਾ ਰੱਖ ਰਖਾਵ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਤੀਸਰਾ ਹੈ ਸਿਕਿਉਰਿਟੀ। ਸਿਕਿਉਰਿਟੀ ਦਾ ਖਤਰਾ ਨੈਟਵਰਕ 'ਤੇ ਹਮੇਸ਼ਾ ਮੌਜੂਦ ਹੁੰਦਾ ਹੈ। ਨੈਟਵਰਕ ਉੱਪਰ ਡਾਟਾ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਇਸ ਦੇ ਲਾਭ ਵਿੱਚ ਹੀ ਦੱਸ ਚੁੱਕੀ ਹਾਂ ਕਿ ਨੈਟਵਰਕ ਸਾਨੂੰ ਸਿਕਿਉਰਿਟੀ ਮੁਹੱਈਆ ਕਰਵਾਉਂਦਾ ਹੈ, ਪਰ ਇਸ ਦੇ ਬਾਵਜੂਦ ਸਾਨੂੰ ਇਸ ਦੇ ਵਿੱਚ ਬਹੁਤ ਹੀ ਕੁਛ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਕਿ ਜਦੋਂ ਅਸੀਂ ਨੈਟਵਰਕ 'ਤੇ ਕੰਮ ਕਰ ਰਹੇ ਹਾਂ ਅਸੀਂ ਸਿਕਿਉਰਿਟੀ ਨੂੰ ਕਿਸ ਤਰ੍ਹਾਂ ਲੈ ਕੇ ਚੱਲੀਏ, ਕਿਉਂਕਿ ਅਗਰ ਸਿਕਿਉਰਿਟੀ ਅਸੀਂ ਸਹੀ ਢੰਗ ਨਾਲ ਨਹੀਂ ਵਰਤਦੇ ਤਾਂ ਕੀ ਹੁੰਦਾ ਹੈ, ਸਾਡਾ ਡਾਟਾ ਲੋਸ ਹੋਣ ਦੇ ਡਰ ਹੁੰਦੇ ਆ, ਸਾਡੇ ਡਾਟਾ ਨਾਲ ਛੇੜਛਾੜ ਹੋ ਸਕਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਅੱਜ ਕੱਲ੍ਹ ਸਾਈਬਰ ਕ੍ਰਾਈਮ ਰਾਹੀਂ ਕਈ ਵਾਰ ਕੀ ਹੁੰਦਾ ਹੈ, ਕਿਸੇ ਦੇ ਅਕਾਊਂਟ 'ਚੋਂ ਪੈਸੇ ਚੋਰੀ ਹੋ ਜਾਂਦੇ ਆ, ਪੈਸੇ ਕਈ ਟਰਾਂਸਫਰ ਕਰਾ ਲੈਂਦੇ ਆ। ਇਟ ਮੀਨਸ ਕਿ ਉਹ ਇੱਕ ਚੋਰੀ ਹੋ ਰਹੀ ਹੈ। ਸਿਕਿਉਰਿਟੀ ਜਦੋਂ ਅਸੀਂ ਸਿਕਿਉਰਿਟੀ ਮੇਜਰਸ ਪ੍ਰੋਪਰ ਨਹੀਂ ਲੈਂਦੇ ਉਦੋਂ ਇਹ ਚੀਜ਼ਾਂ ਹੁੰਦੀਆਂ ਨੇ, ਅਤੇ ਨੈਟਵਰਕ 'ਚ ਇਸ ਚੀਜ਼ ਦਾ ਖਤਰਾ ਹੁੰਦਾ ਹੈ, ਜਿਸ ਨੂੰ ਕਿ ਬੜਾ ਹੀ ਅਸੀਂ ਸੋਚ ਸਮਝ ਕੇ ਸੰਭਾਲ ਕੇ ਚਲਾਉਣਾ ਹੁੰਦਾ ਹੈ। ਠੀਕ ਹੈ ਬੱਚਿਓ। ਅਤੇ ਚੌਥਾ ਹੈ ਬਣਾਉਣਾ ਮਹਿੰਗਾ ਹੈ। ਕੰਪਿਊਟਰ ਨੈਟਵਰਕ ਬਣਾਉਣਾ ਕੋਈ ਸਸਤਾ ਨਹੀਂ ਪੈਂਦਾ। ਅਸੀਂ ਸੋਚ ਲੈਂਦੇ ਹਾਂ ਕਿ ਕਈ ਸਾਰੇ ਕੰਪਿਊਟਰਸ ਨੂੰ ਆਪਸ ਵਿੱਚ ਕਨੈਕਟ ਕਰ ਲੈਂਦੇ ਹਾਂ ਅਤੇ ਸਾਡੇ ਸੂਚਨਾ ਅਤੇ ਸਰੋਤਾਂ ਦੀ ਸਾਂਝ ਹੋ ਜਾਏਗੀ, ਸਾਨੂੰ ਤਾਂ ਸਸਤਾ ਜ਼ਰੂਰ ਪਏਗਾ, ਬਟ ਜਿਹੜਾ ਨੈਟਵਰਕ ਬਣਾਉਣਾ ਹੈ ਕਿ ਤਾਰਾਂ ਰਾਹੀਂ ਕਨੈਕਟ ਕਰਨਾ ਜਾਂ ਵਾਇਰਲੈਸ ਕਨੈਕਟ ਕਰਨਾ, ਨੈਟਵਰਕ ਇੰਟਰਫੇਸ ਕਾਰਡਸ ਲੈਣਾ, ਅਤੇ ਇਹ ਸਭ ਕੁਛ ਮਹਿੰਗਾ ਪੈਂਦਾ ਹੈ। ਕਾਫੀ ਖਰਚਾ ਨੈਟਵਰਕ ਬਣਾਉਣ 'ਤੇ ਆ ਜਾਂਦਾ ਹੈ। ਠੀਕ ਹੈ। ਇਸ ਤੋਂ ਨੈਕਸਟ ਹੈ ਵੱਡੀਆਂ ਸੰਸਥਾਵਾਂ। ਵੱਡੀਆਂ ਸੰਸਥਾਵਾਂ ਕੇਬਲ ਅਤੇ ਹੋਰ ਹਾਰਡਵੇਅਰ ਖਰੀਦਣੇ ਅਤੇ ਬਦਲਣੇ ਔਖੇ ਹੁੰਦੇ ਹਨ। ਦੇਖੋ ਬੱਚੇ, ਜਿਹੜੀ ਵੱਡੀਆਂ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਕੰਮ ਹੀ ਨੈਟਵਰਕ 'ਤੇ ਚੱਲਦਾ ਹੈ, ਅਤੇ ਉਹਨਾਂ ਲਈ ਇਹ ਬੜੀ ਦਿੱਕਤ ਹੋ ਜਾਂਦੀ ਹੈ ਕਿ ਜਿਹੜਾ ਹਾਰਡਵੇਅਰ ਹੈ ਜਦੋਂ ਖਰਾਬ ਹੁੰਦਾ ਹੈ ਨਵਾਂ ਖਰੀਦਣਾ ਜਾਂ ਪੁਰਾਣੇ ਨੂੰ ਚੇਂਜ ਕਰਨਾ, ਕਿਉਂਕਿ ਉਹਨਾਂ ਦੇ ਸਾਰੇ ਕੰਮ ਨੈਟਵਰਕ 'ਤੇ ਹੀ ਡਿਪੈਂਡ ਕਰਦੇ ਨੇ, ਔਰ ਇਹ ਚੀਜ਼ਾਂ ਨੂੰ ਕਰਨਾ ਵੀ ਬਹੁਤ ਔਖਾ ਹੁੰਦਾ ਹੈ ਕਿ ਹਾਰਡਵੇਅਰ ਚੇਂਜ ਕਰ ਲਓ, ਨਵਾਂ ਲਗਾ ਲਓ। ਇੰਨੇ 'ਚ ਜਿਹੜਾ ਉਹਨਾਂ ਦਾ ਕੰਮ ਹੈ ਉਹ ਬਹੁਤ ਸਫਰ ਕਰਦਾ ਹੈ। ਇਸ ਦੇ ਨਾਲ ਹੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਵੇਗਾ। ਥੈਂਕਸ ਫॉर ਵਾਚਿੰਗ।